भूखे भगत न कीजै, यह माला अपनी लीजै। ਇਹ ਤਾਂ ਗੱਲ ਠੀਕ ਹੈ, ਪਰ ਇਹਦੇ ਨਾਲ ਮੈਂ ਦੂਸਰੀ ਗੱਲ ਵੀ ਤੁਹਾਨੂੰ ਦੱਸਦਾ ਹਾਂ ਵੀ ਰੱਜ ਕੇ ਵੀ ਭਗਤੀ ਨਹੀਂ ਹੁੰਦੀ। ਬਹੁਤਾ ਰੱਜ ਕੇ ਤੇ ਬੈਠ ਹੀ ਨਹੀਂ ਹੁੰਦਾ, ਭਗਤੀ ਤਾਂ ਕਿੱਥੋਂ ਹੋਣੀ। ਤੇ ਰੱਜੇ ਹੋਇਆਂ ਨੇ ਮਹਿਲ ਛੱਡ ਦਿੱਤੇ, ਭੁੱਖ ਨੂੰ ਕਬੂਲ ਕੀਤਾ ਹੈ। ਇਹ ਦੂਸਰੀ ਗੱਲ ਵੀ ਸਮਝਣ ਯੋਗ ਹੈ। ਜਿੰਨਾ ਕੁ ਜ਼ਿਆਦਾ ਹੈ, ਲੋੜ ਤੋਂ ਵੱਧ ਹੈ, ਤਾਂ ਉਹਨਾਂ ਨੂੰ ਸਾਂਭਣ ਦੀ ਚਿੰਤਾ ਰਹਿੰਦੀ, ਉਹਨਾਂ ਕੋਲ ਵੀ ਭਗਤੀ ਨਹੀਂ ਹੁੰਦੀ। ਪਿੱਛੇ ਜਿਹੇ ਕੁਛ ਪ੍ਰੇਮੀ ਮੈਨੂੰ ਮਿਲਣ ਵਾਸਤੇ ਆਏ ਸਨ ਪੰਜਾਬ ਤੋਂ, ਤੇ ਘਰ ਵਾਲੀ ਕਹਿਣ ਲੱਗੀ ਵੀ ਇਹਨਾਂ ਨੂੰ ਚਿੰਤਾ ਬਹੁਤ ਲੱਗੀ ਰਹਿੰਦੀ ਹੈ ਪੈਸੇ ਦੀ। ਵੀ ਬੈਂਕਾਂ ਦੇ ਵਿੱਚ ਜਮ੍ਹਾਂ ਹੈ, ਇਹ ਡਰਦੇ ਰਹਿੰਦੇ। ਵੀ ਡੋਬੀ ਨਾ ਜਾਣ। ਉਹ ਕਹਿਣ ਲੱਗਾ ਇਹਨੂੰ ਕੀ ਪਤਾ ਹੈ, ਅਜੋਕੇ ਸਮੇਂ 'ਚ ਬੈਂਕਾਂ ਬਹੁਤ ਡੁੱਬ ਰਹੀਆਂ ਹਨ ਤੇ ਪਤਾ ਹੀ ਨਹੀਂ। ਹੁਣ ਪੈਸਾ ਸੇਫ ਥੋੜ੍ਹੀ ਹੈ ਬੈਂਕਾਂ ਦੇ ਵਿੱਚ। ਤੇ ਜਿਹਦੇ ਕੋਲ ਜਾਪਦਾ ਹੈ ਉਹਨੂੰ ਵੀ ਖਿਆਲ ਬਣਿਆ ਰਹਿੰਦਾ, ਡਰ ਰਹਿੰਦਾ ਹੈ। ਵੀ ਇੰਨੀ ਮਿਹਨਤ ਨਾਲ ਇਕੱਤਰ ਕੀਤਾ, ਜਮ੍ਹਾਂ ਕੀਤਾ, ਕਿਤੇ ਐਵੇਂ ਨਾ ਜਾਂਦਾ ਲੱਗੇ। ਤੇ ਲੋੜ ਤੋਂ ਵੱਧ ਹੋਵੇ, ਜ਼ਰੂਰਤ ਤੋਂ ਵੱਧ ਹੋਵੇ, ਜ਼ਿਆਦਾ ਹੋਵੇ, ਤਾਂ ਵੀ ਭਗਤੀ ਨਹੀਂ ਹੁੰਦੀ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਬਿਲਕੁਲ ਨਾ ਹੋਵੇ ਤਾਂ ਵੀ ਭਗਤੀ ਨਹੀਂ ਹੁੰਦੀ। ਗਰੀਬ ਆਦਮੀ ਜਿਹਦੇ ਕੋਲ ਕੁਝ ਵੀ ਨਹੀਂ ਹੈ, ਉਹਨੂੰ ਪਰਮਾਤਮਾ ਵੱਲ ਜਾਣਾ ਬਹੁਤ ਕਠਿਨ ਹੈ, ਕਿਉਂਕਿ ਇਹ ਸੰਸਾਰ ਦੇ ਵਿੱਚ ਮਿਲਿਆ ਹੀ ਨਹੀਂ ਹੈ ਲੋੜ ਮੁਤਾਬਕ, ਜ਼ਰੂਰ ਮੁਤਾਬਕ। ਬਹੁਤ ਚਾਹਤਾਂ, ਬਹੁਤ ਖਵਾਇਸ਼ਾਂ, ਸੰਸਾਰ ਦੇ ਸੁੱਖ ਹੀ ਨਹੀਂ ਮਾਣੇ ਹਨ। ਤੇ ਜਿਹਨੇ ਸੰਸਾਰ ਦੇ ਸੁੱਖ ਹੀ ਨਹੀਂ ਮਾਣੇ ਹਨ, ਸੰਸਾਰ ਨੂੰ ਭੋਗਿਆ ਹੀ ਨਹੀਂ ਹੈ, ਜਾਣਿਆ ਹੀ ਨਹੀਂ ਹੈ, ਉਹ ਸੰਸਾਰ ਤੋਂ ਛੁਟਕਾਰੇ ਵਾਸਤੇ ਸੋਚਦਾ ਵੀ ਨਹੀਂ ਹੈ। ਤੇ ਪਰਮਾਤਮਾ ਦਾ ਚਿੰਤਨ ਦਾ ਭਾਵ ਹੁੰਦਾ ਸੰਸਾਰ ਤੋਂ ਛੁਟਕਾਰਾ। ਤੇ ਬਹੁਤ ਸਮਝਦਾਰ ਹੋਵੇ ਜਿਹੜਾ, ਜਿਹਨੇ ਪਿਛਲੇ ਜਨਮਾਂ 'ਚ ਜਾਣਿਆ ਹੋਵੇ, ਭੋਗਿਆ ਹੋਵੇ, ਐਸੇ ਕਬੀਰ ਜੀ ਵਰਗੇ, ਰਵਿਦਾਸ ਜੀ ਵਰਗੇ, ਉਹ ਇਹ ਸੰਸਾਰ 'ਚੋਂ ਮੁਕਤ ਹੁੰਦੇ ਹਨ। ਨਹੀਂ ਤਾਂ ਗਰੀਬ ਨੂੰ ਮੁਕਤ ਹੋਣਾ ਬਹੁਤ ਕਠਿਨ ਹੈ, ਜਿਹਦੀਆਂ ਆਕਾਂਖਿਆਵਾਂ, ਵਾਸ਼ਨਾਵਾਂ ਅਮੀਰ ਦੀਆਂ ਹੀ ਨਹੀਂ ਮੁੱਕਦੀਆਂ ਹਨ। ਇੰਨਾ ਕੁਛ ਹੁੰਦਾ ਹੈ ਕਈਆਂ ਦੇ ਕੋਲ, ਤਾਂ ਉਹ ਵੀ ਮੰਗਦੇ ਹੀ ਰਹਿੰਦੇ ਹਨ। ਤੇ ਜਿਨ੍ਹਾਂ ਕੋਲ ਜ਼ਿਆਦਾ ਹੈ, ਉਹਨਾਂ ਨੂੰ ਵੀ ਰੱਬ ਭੁੱਲ ਜਾਂਦਾ। ਕਿਹਾ ਵੀ ਹੈ ਨਾ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਉ। ਭੁੱਲ ਜਾਂਦਾ ਹੈ ਆਦਮੀ ਸੁੱਖ ਦੇ ਵਿੱਚ, ਸੁੱਖ
ਰੋਗ ਭਇਆ ਤਦੇ ਕਿਹਾ ਹੈ ਨਾ ਰੋਗ, ਸੁੱਖਾਂ ਦੇ ਵਿੱਚ ਆਦਮੀ ਭੁੱਲ ਗਿਆ। ਤੇ ਜਿਹਦੇ ਕੋਲ ਜ਼ਿਆਦਾ ਹੈ, ਲੋੜ ਤੋਂ ਵੱਧ ਹੈ, ਉਹਦੇ ਕੋਲ ਵੀ ਭਗਤੀ ਨਹੀਂ ਹੁੰਦੀ। ਤੇ ਕਬੀਰ ਜੀ ਇਹ ਕਹਿ ਰਹੇ ਹਨ ਵੀ ਜਿੰਨਾ ਕੁ ਲੋੜ ਹੈ ਸਰੀਰ ਨੂੰ, ਓਨਾ ਕੁ ਜ਼ਰੂਰੀ ਹੈ। ਤੇ ਓਨਾ ਨਾ ਹੋਵੇ ਤੇ ਮੰਗ ਲੈਣਾ ਕੋਈ ਲੱਭ ਲੋਭ ਨਹੀਂ ਹੈ। ਕਬੀਰ ਜੀ ਨੇ ਕਿਹਾ ਵੀ ਹੈ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਫੱਬੋ, ਮੈਂ ਲੱਭ ਨਹੀਂ ਕੀਤਾ ਹੈ। ਉਹਨਾਂ ਕੀ ਮੰਗਿਆ ਹੈ ਜਿੰਨਾ ਸਰੀਰ ਨੂੰ ਲੋੜ ਹੈ। ਤੇ ਜਿਹੜਾ ਇੰਨੇ 'ਚ ਸੰਤੁਸ਼ਟ ਹੈ, ਉਹਨੇ 'ਚ ਸੰਤੁਸ਼ਟ ਹੈ ਜਿੰਨਾ ਕੁ ਦਿੱਤਾ ਹੋਇਆ ਹੈ ਰੱਬ ਨੇ। ਤੇ ਰੱਬ ਦੇ ਹੀ ਰਿਹਾ ਹੈ। ਤੇ ਜਿਨ੍ਹਾਂ ਕੋ ਬਹੁਤ ਜ਼ਿਆਦਾ ਸੀ ਉਹਨਾਂ ਨੇ ਵੀ ਛੱਡਿਆ ਹੈ। ਰਾਜ ਮਹਿਲ ਛੱਡ ਕੇ ਲੋਕ ਆ ਗਏ। ਤੋ ਛੱਡ ਕੇ ਭੁੱਖੇ ਰਹਿਣਾ ਕਬੂਲ ਕੀਤਾ। ਦੇਖੋ ਜ਼ਿਆਦਾ ਰੱਜ ਗਏ ਸੀ ਨਾ। ਜਿਹੜਾ ਜ਼ਿਆਦਾ ਹੀ ਰੱਜ ਜਾਵੇ ਤੇ ਉਹਨੂੰ ਫਿਰ ਭੁੱਖ ਵੀ ਚੰਗੀ ਲੱਗਦੀ, ਭੁੱਖੇ ਰਹਿਣਾ ਵੀ ਚੰਗਾ ਲੱਗਦਾ। ਜਿਹੜੇ ਜ਼ਿਆਦਾ ਖਾਂਦੇ ਹਨ ਉਹਨਾਂ ਵਾਸਤੇ ਉਪਵਾਸ ਹੈ। ਉਪਵਾਸ ਰੱਬ ਨੂੰ ਯਾਦ ਕਰਨ ਵਾਸਤੇ ਥੋੜ੍ਹੀ। ਜਦੋਂ ਜ਼ਿਆਦਾ ਆਦਮੀ ਖਾ ਲੈਂਦਾ ਹੈ ਤਾਂ ਫਿਰ ਥੋੜ੍ਹਾ ਜਿਹਾ ਭੁੱਖਾ ਰਵੇ ਤੇ ਉਹਨੂੰ ਮਜ਼ਾ ਆਉਂਦਾ, ਵਧੀਆ ਲੱਗਦਾ, ਸਰੀਰ ਨੂੰ ਰੈਸਟ ਮਿਲਦੀ ਹੈ, ਸਰੀਰ ਦੀ ਮਸ਼ੀਨਰੀ ਨੂੰ। ਤੇ ਉਹਨਾਂ ਵਾਸਤੇ ਵਧੀਆ ਹੈ। ਤੇ ਸਮਰਾਟਾਂ ਦੇ ਪੁੱਤਰ ਰਾਜ ਮਹਿਲ ਛੱਡ ਕੇ ਭਿਕਸ਼ਾ ਮੰਗਣ ਵਾਸਤੇ ਤਿਆਰ ਹੋ ਗਏ, ਭੁੱਖੇ ਰਹਿਣ ਵਾਸਤੇ ਤਿਆਰ ਹੋ ਗਏ। ਤੇ ਜਿਹੜਾ ਭਿਖਾਰੀ ਹੈ ਪਹਿਲਾਂ ਹੀ ਭੁੱਖਾ, ਉਹਨੂੰ ਵੈਸਾ ਸਵਾਦ ਥੋੜ੍ਹੀ ਆਵੇਗਾ ਜੈਸਾ ਸਵਾਦ ਉਹ ਰਾਜ ਮਹਿਲ ਛੱਡ ਕੇ ਲੈ ਰਿਹਾ ਹੈ ਭੀਖ ਮੰਗਣ ਦੇ ਵਿੱਚ। ਖਿਆਲ ਵਿੱਚ ਰੱਖਿਓ, ਉਹ ਜਿਹੜਾ ਭੀਖ ਹੀ ਮੰਗ ਰਿਹਾ ਗਰੀਬ ਹੀ ਹੈ ਪਹਿਲਾਂ ਹੀ, ਅਤੇ ਰੁੱਖੀਆਂ ਸੁੱਖੀਆਂ ਪਹਿਲਾਂ ਹੀ ਖਾ ਰਿਹਾ ਹੈ, ਤਾਂ ਉਹਨੂੰ ਥੋੜ੍ਹੀ ਸਵਾਦ ਆਉਂਦਾ ਹੈ। ਛੱਡ ਕੇ ਉਹ ਘਰ ਬਾਰ ਵੀ ਛੱਡ ਦੇਵੇ ਤੇ ਉਹੋ ਜਿਹਾ ਹੀ ਰਹੇਗਾ, ਉਹਨੂੰ ਕੋਈ ਖਾਸ ਲੱਗਦਾ ਹੀ ਨਹੀਂ। ਖਾਸ ਤੇ ਉਹਨੂੰ ਲੱਗਦਾ ਹੈ ਨਾ ਜਿਹੜਾ ਮਹਿਲ ਛੱਡ ਕੇ ਆਇਆ ਹੈ। ਉਹਨੇ ਜਾਣਿਆ ਹੈ ਮਹਿਲ ਨੂੰ, ਸਾਰੇ ਸੁੱਖ ਸੁਵਿਧਾਵਾਂ ਭੋਗੀਆਂ, ਤਾਂ ਉਹਨੂੰ ਫਿਰ ਗਰੀਬੀ ਵੀ ਚੰਗੀ ਲੱਗਦੀ। ਬਹੁਤ ਅਮੀਰ ਘਰਾਣਿਆਂ ਦੇ ਲੋਕ ਫਿਰ ਗਰੀਬੀ ਨੂੰ ਪਸੰਦ ਕਰਨ ਲੱਗ ਜਾਂਦੇ ਹਨ। ਜਿਵੇਂ ਕੋਈ ਜੇਲ੍ਹ 'ਚੋਂ ਛੁੱਟਿਆ ਹੋਵੇ ਅਤੇ ਕਿੰਨਾ ਚੰਗਾ ਲੱਗਦਾ ਹੈ ਉਹਨੂੰ ਬਾਹਰ ਸੰਸਾਰ ਦੇ ਵਿੱਚ, ਦੇਖਦਾ ਹੈ ਚਾਰ ਚੁਫੇਰਾ ਸੰਸਾਰ, ਖੁੱਲ੍ਹਾ ਆਕਾਸ਼, ਮੁਕਤ, ਬੜਾ ਮਜ਼ਾ ਆਉਂਦਾ ਹੈ ਉਹਨੂੰ। ਪਰ ਜਿਹੜੇ ਬਾਹਰ ਹੀ ਘੁੰਮ ਰਹੇ ਉਹਨਾਂ ਨੂੰ ਥੋੜ੍ਹੀ ਆਉਂਦਾ। ਜਿਹੜਾ ਮੁਕਤ ਹੋਇਆ ਹੈ ਉਹਨੂੰ ਮੁਕਤੀ ਦਾ ਸਵਾਦ ਆਉਂਦਾ ਹੈ। ਇਵੇਂ ਹੀ ਪਹਿਲੇ ਪਹਿਲ ਜਦੋਂ ਕੋਈ ਸੰਸਾਰ ਤੋਂ ਮੁਕਤ ਹੁੰਦਾ ਹੈ ਨਾ, ਉਹਨੂੰ ਬੜਾ ਰਸ ਆਉਂਦਾ ਹੈ, ਬੜਾ ਸਵਾਦ ਆਉਂਦਾ। ਪਹਿਲੇ ਪਹਿਲ ਆਉਂਦਾ ਹੈ ਜ਼ਿਆਦਾ, ਫਿਰ ਧੀਰੇ ਧੀਰੇ ਥਿਰ ਹੋਣ ਲੱਗ ਜਾਂਦਾ, ਫਿਰ ਥਿਰਤਾ ਹੋਣ ਲੱਗ ਜਾਂਦੀ। ਪਹਿਲੇ ਬਹੁਤ ਪ੍ਰਫੁੱਲਿਤ ਹੁੰਦੇ ਆ, ਜਿਨ੍ਹਾਂ ਨੂੰ ਥੋੜ੍ਹਾ ਜਿਹਾ ਵੀ ਅਨੁਭਵ ਹੁੰਦਾ ਹੈ ਮੁਕਤੀ ਦਾ, ਥੋੜ੍ਹਾ ਜਿਹਾ ਵੀ ਰਸ ਆਉਂਦਾ ਹੈ ਮੁਕਤੀ ਦਾ, ਤਾਂ ਬੜੇ ਆਨੰਦਿਤ ਹੁੰਦੇ ਹਨ, ਬੜੇ ਪ੍ਰਫੁੱਲਿਤ ਹੁੰਦੇ ਹਨ, ਬੜੇ ਖੁਸ਼ ਹੁੰਦੇ ਹਨ। ਆਹਾ, ਤਾਂ ਉਹਦੇ ਨਾਲ ਹੰਕਾਰ ਦੀ ਵੀ ਪੂਰਤੀ ਹੋ ਜਾਂਦੀ ਹੈ, ਤਾਂ ਮੰਗ ਵੀ ਸ਼ੁਰੂ ਹੋ ਜਾਂਦੀ ਹੈ, ਤਾਂ ਉਹ ਰੁਕ ਜਾਂਦੇ ਹਨ ਉੱਥੇ ਵੀ ਇਹ ਤਾਂ ਸ਼ੁਰੂਆਤ ਹੀ ਸੀ, ਅਤੇ ਸ਼ੁਰੂਆਤ ਦੇ ਵਿੱਚ ਹੀ ਰੁਕਣਾ ਹੋ ਗਿਆ। ਖੁਆਇਸ਼ ਪੈਦਾ ਹੋ ਗਈ ਨਾ ਫਿਰ ਵੀ ਇਹੋ ਜਿਹਾ ਬਣਿਆ ਹੀ ਰਵੇ ਮਜ਼ਾ, ਅਤੇ ਇਹੋ ਜਿਹਾ ਤਾਂ ਬਣਿਆ ਨਹੀਂ ਰਹਿਣਾ ਹੈ ਮਜ਼ਾ। ਅਤੇ ਪਹਿਲਾਂ ਪਹਿਲ ਜੋ ਅਨੁਭਵ ਹੁੰਦਾ ਹੈ, ਰਸ ਆਉਂਦਾ ਹੈ, ਉਹ ਮੁਕਤੀ ਦਾ।
ਉਹ ਬੰਧਨ ਤੋਂ ਉਲਟਾ ਹੈ। ਜਿਵੇਂ ਮੈਂ ਕਿਹਾ, ਬਹੁਤਾ ਹੀ ਰੱਜਿਆ ਹੋਵੇ ਤੇ ਭੁੱਖ ਦਾ ਸਵਾਦ ਆਉਂਦਾ ਹੈ। ਜੇਲ੍ਹ 'ਚ ਬੰਦ ਹੋਵੇ ਤੇ ਮੁਕਤੀ ਦਾ ਸਵਾਦ ਆਉਂਦਾ ਹੈ। ਜਾਂ ਇਉਂ ਕਹਿ ਸਕਦੇ ਹੋ, ਤੁਸੀਂ ਬਹੁਤ ਕੰਮ ਕੀਤਾ ਹੋਵੇ, ਤੁਸੀਂ ਜਾਂ ਤੁਰ ਕੇ ਆਏ ਹੋਏ ਬਹੁਤ ਦੂਰੋਂ, ਥੱਕੇ ਹੋਏ ਹੋ, ਤੁਹਾਨੂੰ ਵਿਸ਼ਰਾਮ ਦਾ ਵੀ ਬੜਾ ਮਜ਼ਾ ਆਉਂਦਾ। ਹੁਣ ਜਿਹੜਾ ਸਾਰੀ ਦਿਹਾੜੀ ਪਿਆ ਹੀ ਹੋਇਆ ਹੈ ਬਿਸਤਰੇ 'ਤੇ, ਉਹਨੂੰ ਵਿਸ਼ਰਾਮ ਦਾ ਮਜ਼ਾ ਨਹੀਂ ਆਉਂਦਾ। ਜਿਹੜਾ ਜ਼ਿਆਦਾ ਮਿਹਨਤ ਕਰਦਾ ਹੈ ਉਹਨੂੰ ਜ਼ਿਆਦਾ ਮਜ਼ਾ ਆਉਂਦਾ ਹੈ ਵਿਸ਼ਰਾਮ। ਬੈਠਦਾ ਹੈ ਜਦੋਂ ਤਾਂ ਬੜਾ ਸੁਖਦਾਈ, ਬੜਾ ਵਧੀਆ ਲੱਗਦਾ, ਚੰਗਾ ਲੱਗਦਾ ਵਿਸ਼ਰਾਮ ਦੇ ਮੁਕਾਬਲੇ। ਇੱਦਾਂ ਹੀ ਸੰਸਾਰ ਦੇ ਵਿੱਚ ਭੱਜ ਭੱਜ ਕੇ, ਦੌੜ ਦੌੜ ਕੇ ਆਦਮੀ ਜਦੋਂ ਥੱਕ ਜਾਂਦਾ ਹੈ ਨਾ, ਫਿਰ ਅੰਦਰ ਵਿਸ਼ਰਾਮ ਕਰਦਾ ਹੈ, ਤੈਨੂੰ ਬੜਾ ਹੀ ਚੰਗਾ ਲੱਗਦਾ ਵੀ ਆਹ ਇਹ ਤਾਂ ਮੈਂ ਪਹਿਲੀ ਵਾਰ ਦੇਖ ਰਿਹਾ, ਇੰਨਾ ਸਵਾਦ ਮੇਰੇ ਅੰਦਰ ਹੀ ਸੀ, ਮੇਰੇ ਅੰਦਰ ਹੀ ਰਸ ਸੀ। ਮੈਂ ਬਾਹਰ ਮੰਗ ਰਿਹਾ ਸੀ ਸੰਸਾਰ ਦੇ ਵਿੱਚ ਸੁੱਖ, ਬਾਹਰ ਭਟਕ ਰਿਹਾ ਸੀ ਸੁੱਖਾਂ ਵਾਸਤੇ, ਉਹ ਤੇ ਅੰਦਰੇ ਹੀ ਸੀ। ਤੇ ਜਿਹਨੂੰ ਅੰਦਰ ਦਾ ਪਤਾ ਲੱਗ ਜਾਂਦਾ, ਉਹ ਕਹਿੰਦਾ ਹੈ ਵੀ ਬਾਹਰ ਮੰਗਣਾ ਨਹੀਂ ਹੈ ਕੁਝ। ਵੀ ਅੰਦਰ ਤੇ ਤੁਹਾਨੂੰ ਮਿਲਿਆ ਹੀ ਹੋਇਆ ਹੈ, ਉਹ ਖਜ਼ਾਨਾ ਤੇ ਤੁਹਾਡੇ ਕੋਲ ਹੈ ਹੀ, ਉਹ ਹੀਰਾ ਤੁਹਾਡੇ ਅੰਦਰ ਹੈ। ਅਗਰ ਤੁਸੀਂ ਉਹਨੂੰ ਖੋਜ ਲਓ, ਹੀਰਾ ਹੱਥ ਚੜਿਆ, ਨਿਰਮੋਲਕ, ਛੂਟ ਗਈ ਸੰਸਾਰੀ। ਸੰਸਾਰ ਤੇ ਕੁਛ ਵੀ ਨਹੀਂ ਹੈ ਉਹਦੇ ਮੁਕਾਬਲੇ, ਉਹ ਖਜ਼ਾਨਾ ਤੁਹਾਡੇ ਅੰਦਰ ਹੈ ਤੇ ਬਾਹਰ ਨਾ ਮੰਗੋ। ਹਾਂ, ਜੇ ਸਰੀਰ ਦੀ ਜ਼ਰੂਰਤ ਦੇ ਮੁਤਾਬਕ ਨਹੀਂ ਹੈ ਤੇ ਫਿਰ ਜਿਵੇਂ ਕਬੀਰ ਜੀ ਕਹਿ ਰਹੇ ਹਨ, ਜਿੰਨਾ ਕੁ ਸਰੀਰ ਨੂੰ ਲੋੜ ਹੈ ਓਨਾ ਕੁ, ਪਰ ਓਨਾ ਕੁ ਤਾਂ ਸਾਰਿਆਂ ਕੋਲ ਹੈ ਹੀ, ਬਹੁਤ ਹੈ। ਮੰਗਣ ਦੀ ਤਾਂ ਲੋੜ ਹੈ ਨਹੀਂ, ਤੇ ਮੰਗੋਗੇ ਤੇ ਇਹਦਾ ਮਤਲਬ ਇਹੋ ਹੀ ਹੈ ਵੀ ਲੱਭ ਕਰ ਰਹੇ ਹੋ ਤੁਸੀਂ, ਲੋਭ ਕਰ ਰਹੇ ਹੋ। ਲੱਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਨਿ ਸਮਾਣੀ। ਇੰਨੀ ਬਾਤੀ ਸਹੁ ਪਾਈਏ ਨਾਹੀ, ਭਈ ਕਾਮਣ ਏ ਆਣੀ। ਲੱਭ ਲੋਭ ਅਹੰਕਾਰ ਕੀ ਮਾਤੀ, ਸਹੁ ਕਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈ। ਕਹਿੰਦੇ ਜੋ ਪ੍ਰਮਾਤਮਾ ਕਹਿੰਦਾ ਹੈ, ਸਹੁ ਕਹਿੰਦਾ ਹੈ ਵੈਸਾ ਹੀ। ਦਰਅਸਲ ਉਹ ਜਾਣਦਾ ਹੈ ਸਾਰਿਆਂ ਦੀਆਂ ਲੋੜਾਂ। ਤੁਸੀਂ ਦੂਰ ਸਮਝਦੇ ਹੋ ਤੇ ਤੂੰ ਲਹਿਦਾ ਸਮਝਦੇ ਹੋ ਤਾਂ ਹੀ ਮੰਗਦੇ। ਉਹ ਲਹਿਦਾ ਥੋੜ੍ਹੀ ਹੈ, ਦੂਰ ਥੋੜ੍ਹੀ, ਉਹ ਤਾਂ ਪਹਿਲੇ ਪਹਿਲ ਹੈ। ਜਿਹਨੇ ਭਗਤੀ ਦੇ ਮਾਰਗ 'ਤੇ ਚੱਲਣਾ ਹੈ ਉਹਨੂੰ ਅਲੱਦਾ ਲੱਗਦਾ ਹੈ। ਇਸ ਕਰਕੇ ਉਹਨੂੰ ਕਿਹਾ ਜਾਂਦਾ ਹੈ, ਚੱਲ ਕੋਈ ਗੱਲ ਨਹੀਂ, ਤੈਨੂੰ ਅਲੱਦਾ ਲੱਗਦਾ ਹੈ ਤੇ ਥੋੜ੍ਹਾ ਬਹੁਤਾ ਮੰਗ ਲੈ। ਪਰ ਜਿਹਨੂੰ ਅਲੱਦਾ ਲੱਗਦਾ ਹੀ ਨਹੀਂ, ਹੈ ਹੀ ਨਹੀਂ ਅਲੱਦਾ, ਇੱਕੋ ਹੀ ਹੈ, ਉਹਦੀ ਫਿਰ ਮੰਗ ਖੋ ਜਾਂਦੀ ਹੈ ਨਾ। ਮੰਗਣਾ ਕਿਹਦੇ ਕੋਲ? ਉਹੀ ਤਾਂ ਚਲਾ ਰਿਹਾ ਹੈ ਸਰੀਰ ਨੂੰ, ਉਹ ਜਾਣਦਾ ਹੀ ਹੈ ਸਰੀਰ ਨੂੰ ਕੀ ਚਾਹੀਦਾ ਤੇ ਦੇ ਰਿਹਾ ਹੈ ਹਰ ਵਕਤ। ਤਾਂ ਜੋ ਜ਼ਰੂਰਤ ਦੇ ਮੁਤਾਬਕ ਹੈ ਉਹਨਾਂ ਦੇ ਹੀ ਰਿਹਾ ਹੈ, ਦਿੰਦਾ ਹੀ ਰਿਹਾ ਹੈ। ਮੰਗਣਾ ਕੀ ਹੈ? ਕਿਉਂ ਮੰਗਣਾ ਹੈ? ਤੇ ਇਹ ਜਿਹੜੇ ਸ਼ਬਦ ਹਨ ਨਾ, ਉਪਦੇਸ਼ ਹੈ, ਮੈਂ ਬਹੁਤ ਵਾਰ ਕਹਿਣਾ ਹੁੰਦਾ ਹਾਂ ਵੀ ਇਹ ਹਰ ਅਵਸਥਾ ਵਾਸਤੇ ਹੈ, ਹਰ ਸਾਧਕ ਵਾਸਤੇ ਹੈ, ਹਰ ਤਰ੍ਹਾਂ ਦੇ ਸਾਧਕ ਵਾਸਤੇ। ਇਸ ਕਰਕੇ ਇਹ ਵਿਪਰੀਤ ਸ਼ਬਦ ਵੀ ਹਨ ਇੱਕ ਦੂਸਰੇ ਤੋਂ, ਇੱਕ ਦੂਸਰੇ ਦੇ ਸ਼ਬਦ ਖੰਡਨ ਵੀ ਕਰਦੇ ਹਨ, ਇੱਕ ਦੂਸਰੇ ਦੇ ਵਿਰੋਧ ਵਿੱਚ ਵੀ ਹੈ। ਇਹ ਖਿਆਲ ਵਿੱਚ ਰੱਖੋ, ਸਾਰਿਆਂ ਵਾਸਤੇ ਹੀ ਹੈ। ਜਿਵੇਂ ਸਾਰਿਆਂ ਵਾਸਤੇ ਦਵਾ ਹੁੰਦੀ ਹੈ ਨਾ, ਇੱਦਾਂ ਸਾਰਿਆਂ ਵਾਸਤੇ। ਪਰ ਦਵਾਈ ਤੁਸੀਂ ਆਪਣੇ ਆਪ ਹੀ ਲਓਗੇ ਤੇ ਤੁਹਾਨੂੰ ਲਾਭ ਘੱਟ ਹੋਵੇਗਾ।
ਇਸ ਕਰਕੇ ਤੁਸੀਂ ਡਾਕਟਰ ਨੂੰ ਦਿਖਾਉਂਦੇ ਹੋ, ਡਾਕਟਰ ਲਿਖ ਕੇ ਦਿੰਦਾ ਹੈ ਤੇ ਦਵਾਈ ਲੈਂਦੇ ਹੋ ਤੁਸੀਂ, ਕਿਉਂਕਿ ਤੁਹਾਨੂੰ ਆਪਣੇ ਆਪ ਪਤਾ ਹੀ ਨਹੀਂ ਕਿਹੜੀ ਦਵਾਈ ਤੁਹਾਡੇ ਸਰੀਰ ਨੂੰ ਸ਼ੂਟ ਕਰਦੀ ਹੈ, ਠੀਕ ਬੈਠੇਗੀ, ਕਿਹੜੀ ਦਵਾਈ ਦੁਆਰਾ ਤੁਸੀਂ ਠੀਕ ਹੋਣਾ ਹੈ। ਤੇ ਡਾਕਟਰ ਦੇਖਦਾ ਹੈ, ਉਹਨੂੰ ਪਤਾ ਹੈ ਬਿਮਾਰੀਆਂ ਦਾ। ਇੱਦਾਂ ਹੀ ਅਧਿਆਤਮਿਕ ਤਲ 'ਤੇ ਵੀ ਡਾਕਟਰ ਹਨ ਕਈ, ਬਹੁਤ ਸਮੇਂ ਤੋਂ ਵੈਦ ਹੁੰਦੇ ਆਏ ਹਨ, ਉਹ ਵੀ ਔਸ਼ਧੀਆਂ ਦਿੰਦੇ ਹਨ ਅਤੇ ਦੇਖਦੇ ਹਨ ਕਿਹਨੂੰ ਔਸ਼ਧੀ ਕਿਹੜੀ ਜ਼ਰੂਰਤ ਹੈ, ਕਿਹਨੂੰ ਕਿਹਦੀ ਜ਼ਰੂਰਤ ਹੈ, ਜਿਵੇਂ ਸਮੇਂ ਦੇ ਹਿਸਾਬ ਦੇ ਨਾਲ ਕਿਹੜੀ ਬਿਮਾਰੀ ਕਿਹੜੇ ਸਮੇਂ 'ਚ ਜ਼ਿਆਦਾ ਫੈਲੀ ਹੋਈ ਹੈ, ਉਹ ਸਮੇਂ ਦੇ ਆਧਾਰ 'ਤੇ ਹੀ ਉਹ ਦਵਾ ਦਿੰਦੇ ਹਨ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ। ਕਈ ਬਿਮਾਰੀਆਂ ਨਾ ਕਿਸੇ ਰਿਤੂ ਦੇ ਵਿੱਚ ਫੈਲਦੀਆਂ ਹਨ, ਸਮੇਂ 'ਤੇ ਫੈਲਦੀਆਂ ਹਨ, ਜਿਵੇਂ ਆਹ ਕਰੋਨਾ ਫੈਲਿਆ ਹੋਇਆ। ਇੱਦਾਂ ਹੀ ਇਹ ਜਿਹੜੀ ਅੰਦਰਲੀ ਬਿਮਾਰੀ ਹੈ ਨਾ, ਵੀ ਸਮੇਂ ਦੇ ਆਧਾਰ 'ਤੇ ਫੈਲਦੀ ਹੈ, ਅਤੇ ਜਿਹੜੇ ਸਮੇਂ ਦੇ ਵਿੱਚ ਹੀ ਉਹ ਵੈਦ ਹੁੰਦਾ ਹੈ, ਜਿਹੜਾ ਅੰਦਰ ਦੀ ਬਿਮਾਰੀ ਨੂੰ ਜਾਣਦਾ ਹੈ ਵੀ ਕਿੱਦਾਂ ਫੈਲ ਰਹੀ ਹੈ, ਕਿੱਦਾਂ ਵੱਧ ਰਹੀ ਹੈ, ਕਿੱਦਾਂ ਇਹਦੇ ਤੋਂ ਛੁਟਕਾਰਾ ਹੋਇਆ ਜਾ ਸਕਦਾ ਹੈ, ਕੀਤਾ ਜਾ ਸਕਦਾ ਹੈ, ਤਾਂ ਉਹ ਸਮੇਂ ਦੇ ਆਧਾਰ 'ਤੇ ਦੱਸਦਾ ਹੈ ਵੀ ਆਹ ਪਰਹੇਜ਼ ਕਰਨੇ ਹਨ, ਵੀ ਅਜੋਕੇ ਸਮੇਂ 'ਚ ਕੁਛ ਮੰਗਣ ਦੀ ਲੋੜ ਨਹੀਂ ਹੈ, ਬਹੁਤ ਕੁਛ ਹੈ ਤੁਹਾਡੇ ਸਾਰਿਆਂ ਕੋਲ, ਬਹੁਤ ਕੁਛ ਰੱਬ ਨੇ ਦਿੱਤਾ ਹੋਇਆ ਹੈ, ਕੁਛ ਨਹੀਂ ਮੰਗਣਾ ਹੈ, ਪਰਹੇਜ਼ ਕਰਨਾ ਹੈ, ਉਹਦਾ ਸ਼ੁਕਰਾਨਾ ਕਰਨਾ ਹੈ, ਧੰਨਵਾਦ ਕਰਨਾ ਹੈ, ਲੱਭ ਨਹੀਂ ਕਰਨਾ ਹੈ। ਅਗਰ ਘੱਟ ਵੀ ਦਿੰਦਾ ਹੈ ਨਾ ਤਾਂ ਉਹ ਵੀ ਸਵੀਕਾਰ ਕਰਨਾ ਹੈ। ਹੋ ਸਕਦਾ ਤੁਹਾਨੂੰ ਘੱਟ ਦੀ ਲੋੜ ਹੈ, ਜਿਹਨੂੰ ਘੱਟ ਦਿੱਤਾ ਹੈ ਹੋ ਸਕਦਾ ਉਹਨੂੰ ਘੱਟ ਦੀ ਲੋੜ ਹੋਵੇ, ਤਾਂ ਉਹ ਜਾਣਦਾ ਹੈ। ਇਸੇ ਕਰਕੇ ਉਹਨੂੰ ਕਿਹਾ ਹੈ, ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਓ ਕਿਹਾ ਕਾੜਾ। ਤੋ ਹਰ ਵਕਤ ਹਰ ਸਮੇਂ ਹੀ ਦੇ ਰਿਹਾ ਹੈ।